ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਪਰ ਨਿੰਦਾ ਪਰ ਮਲ, ਮੁਖ ਸੁਧੀ। ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸੁਲਾਹਣਾ। ਇਹ ਕਰਮ ਮੇਰੇ ਕਰਤਾਰ, ਰਸ ਕਸ ਆਪ ਸੁਲਾਹਣਾ। ਇਹ ਕਰਮ ਮੇਰੇ ਕਰਤਾਰ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਲਵਾਈ ਹਾਜ਼ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬੋਲਾਂ ਨੂੰ ਆਪਾਂ ਨੇ ਸਰਵਣ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਪਾਰ ਬਖਸ਼ਿਸ਼ ਰਹਿਮਤ ਦੁਆਰਾ। ਐਸੇ ਬੋਲ ਸਾਡੀ ਸਮਝ ਵਿੱਚ ਆ ਜਾਣ, ਸਾਨੂੰ ਚੰਗੇ ਲੱਗਣ, ਸਾਡਾ ਜੀਵਨ ਸ਼ੁਭ ਗੁਣਾਂ ਦੇ ਵਾਸਤੇ ਪ੍ਰੇਰਿਤ ਹੋਵੇ, ਪ੍ਰੇਰਿਆ ਜਾਵੇ, ਮੁੜ ਪਵੇ। ਜਿਸ ਵਹਿਣ ਵਿੱਚ ਅਸੀਂ ਵਹਿ ਰਹੇ ਹਾਂ ਉਧਰੋਂ ਸਾਨੂੰ ਸੋਝੀ ਆਵੇ ਤੇ ਸਾਨੂੰ ਸਤਿਗੁਰੂ ਜੀ ਵਾਪਸੀ ਕਰਵਾ ਦੇਣ। ਸੁਰਤ ਕਰਕੇ, ਮਨ ਕਰਕੇ, ਤਨ ਕਰਕੇ ਅਸੀਂ ਜਿਸ ਰਸਤੇ ਦੇ ਪਾਂਧੀ ਆਪਣੇ ਮਨ ਦੇ ਖਿਆਲਾਂ ਮੁਤਾਬਕ ਬਣ ਕੇ ਤੁਰੇ ਹੋਏ ਆ, ਉਹ ਰਸਤਾ ਹੀ ਸਤਿਗੁਰੂ ਜੀ ਦੇ ਪਾਵਨ ਬੋਲਾਂ ਤੋਂ ਸਮਝ ਵਿੱਚ ਪੈਂਦਾ ਹੈ ਕਿ ਇਹ ਚੰਗਾ ਨਹੀਂ ਹੈ। ਜਿੱਥੇ ਮੇਰੇ ਸਤਿਗੁਰੂ ਜੀ ਨੇ ਇਸ ਰਸਤੇ ਤੋਂ ਮੋੜਨ ਵਾਸਤੇ ਸਾਨੂੰ ਪੰਜਵੇਂ ਸਰੂਪ ਵਿੱਚ ਬਚਨ ਦਿੱਤੇ ਹੈ, ਦਇਆ ਮਇਆ ਕਰ ਪ੍ਰਾਨਪਤ ਮੋਰੇ, ਮੋਹਿ ਅਨਾਥ ਸਰਨ ਪ੍ਰਭ ਤੋਰੀ। ਅੰਧਕੂਪ ਮੈਂ ਹਾਥ ਦੇ ਰਾਖੋ, ਕਛੂ ਸਿਆਣਪ ਉਕਤ ਨਾ ਮੋਰੀ। ਕਰੋ ਕਿਰਪਾ ਸਤਿਗੁਰੂ ਜੀ, ਮੇਰੇ ਤੇ ਦਇਆ ਕਰੋ। ਸਤਿਗੁਰੂ ਜੀ ਮੇਰੇ ਤੇ ਮਿਹਰ ਕਰ ਦੇਵੋ। ਮੇਰੇ ਪ੍ਰਾਣਾਂ ਦੇ ਮਾਲਕ, ਮੇਰੇ ਸਿਰ ਦੇ ਸਾਈਂ, ਮੈਂ ਅਨਾਥ ਹਾਂ, ਮੈਨੂੰ ਕੋਈ ਪਤਾ ਨਹੀਂ। ਮੈਂ ਅਸਲੀ ਜੀਵਨ ਤੋਂ ਖੁੰਝਿਆ ਹੋਇਆ ਹਾਂ, ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹੈ। ਮੇਰੇ ਮਾਲਕ ਗੁਰੂ ਸਾਨੂੰ ਉਸ ਪ੍ਰਭੂ ਦੇ ਨਾਲ ਜੋੜਨ ਵਾਸਤੇ ਵਚਨ ਕਰਦੇ ਨੇ ਕਿ ਮੈਂ ਭੁੱਲ ਕੇ ਅੰਨੇ ਖੂਹ ਦੇ ਵਿੱਚ ਡਿੱਗਾ ਹੋਇਆ ਹਾਂ, ਮੇਰੇ ਸਿਰ ਦੇ ਉੱਤੇ ਮਿਹਰਾਂ ਦਾ ਹੱਥ ਰੱਖ ਦੇਵੋ। ਮੇਰੀ ਆਪਣੀ ਮੱਤ ਜਿਹੜੀ ਮੈਂ ਵਰਤ ਕੇ ਚੱਲ ਰਿਹਾ ਉਹ ਕੰਮ ਨਹੀਂ ਕਰਦੀ, ਮੈਨੂੰ ਸਮਝ ਨਹੀਂ ਪੈਂਦੀ। ਅੰਧਕੂਪ ਮੈਂ ਹਾਥ ਦੇ ਰਾਖੋ, ਕਛੂ ਸਿਆਣ ਪੁਕਤ ਨਾ ਮੋਰੀ। ਬਚਨ ਪੜ੍ਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਜਿੱਥੇ ਸਾਡੀ ਵਿਗੜੀ ਹੋਈ ਸੁਰਤ, ਸਾਡਾ ਵਿਗੜਿਆ ਹੋਇਆ ਸੁਭਾਅ, ਸਾਡੀ ਵਿਗੜੀ ਹੋਈ ਜ਼ੁਬਾਨ ਤੇ ਉੱਠੇ ਹੋਏ ਵਿਗੜੇ ਸ਼ਬਦ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਹੇ ਭਲਿਆ,
ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾ, ਅਨਾਥ ਬਣ ਕੇ ਆ ਜਾ। ਤੈਨੂੰ ਅੰਨੇ ਖੂਹ ਦੇ ਵਿੱਚੋਂ ਵਾਹਿਗੁਰੂ ਆਪਣਾ ਹੱਥ ਦੇ ਕੇ ਕੱਢ ਕੇ ਤੈਨੂੰ ਚੰਗੀ ਮੱਤ ਪ੍ਰਦਾਨ ਕਰ ਦੇਣਗੇ। ਪਾਤਸ਼ਾਹ ਜੀ ਸਾਡੀ ਜ਼ਬਾਨ ਦੇ ਉੱਤੇ ਜਿਹੜੇ ਉੱਠ ਰਹੇ ਨੇ ਭਦੇ ਸ਼ਬਦ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰੀਆਂ ਦੀ ਸਿੱਖ ਹਯਾਓ ਨਾ ਠਾਹੇ ਕਹੀਦਾ। ਬਾਬਾ ਫਰੀਦ ਸਾਹਿਬ ਜੀ। ਬਾਬਾ ਜੀ ਦੇ ਵੀ ਬਚਨ ਅਸੀਂ ਸੁਣਦੇ ਹਾਂ, ਅਸੀਂ ਵਿਚਾਰਦੇ ਹਾਂ, ਪੜ੍ਹਦੇ ਹਾਂ। ਬਾਬਾ ਜੀ ਸਾਨੂੰ ਬਚਨ ਕਰ ਰਹੇ ਨੇ ਕਿ ਸਾਰਿਆਂ ਦੇ ਜਿਹੜੇ ਹਿਰਦੇ ਹੈ ਨਾ, ਇਹ ਸੁੱਚੇ ਮੋਤੀਆਂ ਵਰਗੇ ਨੇ, ਮਾਣਕ ਮੋਤੀਆਂ ਵਰਗੇ ਨੇ। ਜਦੋਂ ਮਾਣਕ ਮੋਤੀ ਨੂੰ ਸੱਟ ਵੱਜਦੀ ਆ ਤੇ ਉਹ ਟੁੱਟ ਜਾਂਦਾ ਹੈ, ਬੜਾ ਵੱਡਾ ਨੁਕਸਾਨ ਹੁੰਦਾ ਹੈ। ਕਿਸੇ ਦੇ ਮਨ ਰੂਪੀ ਮਾਣਕ ਮੋਤੀ ਨੂੰ ਨਾ ਤੋੜ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਨਾ ਸੱਟ ਮਾਰ। ਜੇ ਤੈਨੂੰ ਪ੍ਰਮਾਤਮਾ ਦੇ ਮਿਲਣ ਦੀ ਅੰਦਰ ਤਾਂਘ ਬਣੀ ਹੈ, ਸਿੱਖ ਹੈ, ਤੇ ਤੂੰ ਕਿਸੇ ਦਾ ਫਿਰ ਦਿਲ ਨਾ ਦੁਖਾਏ ਸੇ ਭਦੇ ਸ਼ਬਦ ਬੋਲ ਕੇ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹੇ ਹੈ। ਗੁਰੂ ਸਾਹਿਬ ਬਚਨ ਕਰਦੇ ਹੈ ਸਾਡੇ ਜੀਵਨ ਦੀ ਸੋਚ ਨੂੰ ਬਦਲਣ ਵਾਸਤੇ। ਰਹਿਮਤ ਹੈ ਸਾਨੂੰ ਆਪਸ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਭਾਈਚਾਰਕ ਚਾਰਕ ਸੋਚ ਦੀ ਔਰ ਸਾਂਝ ਦੀ ਬੜੀ ਵੱਡੀ ਦਾਤ ਮਾਲਕ ਗੁਰੂ ਸਾਹਿਬ ਬਖਸ਼ ਰਹੇ ਨੇ। ਜਿਹੜੇ ਅਸੀਂ ਆਮ ਬਚਨ ਬੋਲਦੇ ਹਾਂ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ। ਗੁਰੂ ਕਿਰਪਾ ਕਰਨ, ਆਪਣੀ ਵਡਿਆਈ ਨੂੰ ਆਪ ਕਰਵਾ ਲੈਣ। ਇਹ ਸਤਿਗੁਰੂ ਦਾ ਸਾਡੇ ਤੇ ਤਰਸਿਆ ਕਿ ਸਾਨੂੰ ਇਸ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਦੇ ਵਿੱਚੋਂ ਗੁਰੂ ਦੀ ਬਾਣੀ ਦਾ ਸਿਮਰਨ ਕਰਨਾ, ਜਾਪ ਕਰਨਾ, ਇਹ ਗੁਰੂ ਆਪ ਸਭ ਕੁਛ ਕਰਵਾ ਰਿਹਾ, ਰਹਿਮਤ ਆ। ਇਸ ਕਰਕੇ ਉਹ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਆਪਣੇ ਆਪ ਨੂੰ ਸਮਝ ਲੈਣ, ਜਿਨ੍ਹਾਂ ਨੂੰ ਗੁਰਬਾਣੀ ਦੀ ਵਿਚਾਰ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਗੁਰਬਾਣੀ ਦਾ ਸਿਮਰਨ ਜਾਪ ਚੰਗਾ ਲੱਗਦਾ ਹੈ। ਵੱਡ ਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਵੱਡਿਆਂ ਭਾਗਾਂ ਦਾ ਕਰਕੇ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਵੇ। ਪਹਿਲੀ ਪੰਕਤੀ ਦੇ ਵਿੱਚ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਦੇ ਸਰਲੇਖ ਹੇਠ ਬਚਨ ਕਰਦੇ ਨੇ ਕਿ ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ। ਲੱਭ ਭਾਵ ਕਿ ਲਾਲਚ ਕਰਨ ਵਾਲਾ ਜਿਹੜਾ ਮਨੁੱਖ ਹੈ, ਮਨੁੱਖ ਨੂੰ ਦਲੀਲ ਹੈ, ਨਾ ਕਿ ਕਿਸੇ ਕੁੱਤੇ ਨੂੰ ਹੈ ਤੇ ਨਾ ਕਿਸੇ ਹੋਰ ਨੂੰ, ਕਿਸੇ ਜਾਨਵਰ ਨੂੰ ਨਹੀਂ। ਕੇਵਲ ਤੇ ਕੇਵਲ ਪੰਛੀਆਂ ਜਾਨਵਰਾਂ ਦਾ ਜ਼ਿਕਰ ਸਤਿਗੁਰੂ ਨੇ ਇਸ ਕਰਕੇ ਕੀਤਾ ਹੈ ਕਿ ਇਸ ਮਨੁੱਖ ਨੂੰ ਕਿਸੇ ਬੰਨਿਓ ਸਮਝ ਆ ਜਾਵੇ, ਜਿਹੜੀ ਇਹਦੀ ਅਕਲ ਸੁੱਤੀ ਹੋਈ ਹੈ ਉਹ ਜਾਗ ਪਵੇ। ਜੇ ਤੂੰ ਲਾਲਚ ਕਰਦਾ ਹੈ ਭਾਈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰਾਏ ਹੱਕ ਦਾ ਤੂੰ ਲਾਲਚ ਕਰਦਾ ਹੈ, ਲਾਲਚੀ ਹੈ, ਤੇਰੇ ਅੰਦਰ ਲਾਲਚ ਦਾ ਕੁੱਤਾ ਭੌਂਕਦਾ ਹੈ। ਤੂੰ ਆਪ ਕਿਰਤ ਕਰਨ ਤੋਂ ਕਿਨਾਰਾ ਕਰੀ ਬੈਠਾ ਹੈ, ਕਿਸੇ ਹੋਰ ਦੀ ਕਮਾਈ ਨੂੰ ਹੜੱਪਣ ਲੱਗਾ। ਜਰਾ ਜਿੰਨਾ ਵੀ ਤੇਰੇ ਜੀਵਨ ਵਿੱਚ ਸੋਚ ਨਹੀਂ, ਤਰਸ ਨਹੀਂ, ਦਰਦ ਨਹੀਂ ਕਿਸੇ ਨੂੰ ਜਾੜਨ ਵਾਸਤੇ, ਤੂੰ ਕਦੇ ਨਹੀਂ ਸੋਚਿਆ। ਹਰ ਵੇਲੇ ਤੂੰ ਮੰਗਦਾ ਹੈ, ਲੈ ਕੇ ਮੁੱਕਰ ਜਾਂਦਾ, ਧੋਖੇ ਕਰਦਾ ਹੈ, ਝੂਠੀਆਂ ਸਹੁੰਆਂ ਆਪਣੇ ਇਸ਼ਟ ਧਰਮ ਦੇਵ ਦੀਆਂ ਖਾ ਜਾਂਦਾ। ਤੈਨੂੰ ਰੱਬ ਦਾ ਵੀ ਭੈ ਨਹੀਂ ਤੇ ਤੈਨੂੰ ਰੱਬ ਦਾ ਜੱਗ ਦਾ ਵੀ ਭੈ ਨਹੀਂ ਹੈ। ਤੇਰੀ ਇਸ ਕਰਕੇ ਬਹੁਤ ਨੀਵੀਂ ਸੋਚ ਹੈ, ਬਹੁਤ ਜ਼ਿਆਦਾ ਤੂੰ ਸੰਸਾਰ ਦੇ ਜੀਵਾਂ ਨੂੰ ਦੁੱਖ ਦੇ ਰਿਹਾ, ਦੂਜਿਆਂ ਨੂੰ ਠੱਗ ਕੇ ਖਾਨਾ ਹੈ, ਤੇ ਇਸ ਕਰਕੇ ਤੂੰ ਮਰਦਾਰ ਖਾ ਰਿਹਾ। ਲੱਭ ਕੁੱਤਾ, ਅਗਲਾ ਲਫ਼ਜ਼ ਮਾਲਕ ਗੁਰੂ ਸਾਹਿਬ ਜੀ ਕਹਿੰਦੇ ਨੇ ਕੂੜ ਚੂੜਾ, ਝੂਠ ਬੋਲਦਾ ਹੈ। ਥਾਂ ਥਾਂ ਤੇ ਜੇ ਝੂਠ ਬੋਲਦਾ ਹੈ ਫਿਰ ਤੂੰ ਚੂੜਾ ਹੈ। ਜੇ ਕਿਸੇ ਦੀ ਪ੍ਰਾਪਰਟੀ ਤੇ ਕਿਸੇ ਦੇ ਧਨ ਦੇ ਉੱਤੇ
ਪਾਰ ਧਨ ਪਾਰ ਤਨ ਪਰ ਕੀ ਨਿੰਦਿਆ। ਐਸਾ ਜੇ ਕਰਮ ਤੂੰ ਕਰਦਾ ਹੈ ਤੇ ਫੇਰ ਤੂੰ ਚੂੜਾ ਹੈ। ਪਹਿਲੀ ਪੰਕਤੀ ਦੇ ਵਿੱਚ ਮਾਲਕ ਨੇ ਦੋ ਬਚਨ ਕੀਤੇ ਨੇ, ਕੁੱਤੇ ਦੇ ਵਾਸਤੇ ਤੇ ਚੂੜੇ ਦੇ ਵਾਸਤੇ, ਤੇ ਚੂੜੇ ਦੇ ਉੱਤੇ ਤੇ ਆਪਾਂ ਵਿਚਾਰ ਕਰੀਏ, ਧਿਆਨ ਦੇਈਏ। ਗੁਰੂ ਸਾਹਿਬ ਜੀ ਨੇ ਨਾਲ ਸਾਨੂੰ ਸੋਹਣਾ ਸੰਦੇਸ਼ ਵੀ ਦੇ ਦਿੱਤਾ ਹੈ ਕਿ ਜਿਹੜਾ ਕੂੜ ਭਾਵ ਕੇ ਝੂਠ ਬੋਲਦਾ ਹੈ, ਥਾਂ ਥਾਂ ਤੇ ਝੂਠ ਬੋਲ ਕੇ ਕੁੱਤੇ ਵਾਂਗੂ ਲਾਲਚੀ ਬਣਿਆ ਫਿਰਦਾ ਹੈ, ਉਹ ਕੁੱਤਾ ਚੂੜਾ ਹੈ। ਭਾਵ ਕੁੱਤਾ ਤੇ ਫਿਰ ਉਹ ਚੂੜਾ ਵੀ ਹੈ। ਉਹ ਕਿਸੇ ਇੱਕ ਕਬੀਲੇ ਨੂੰ ਨਹੀਂ ਕਿਹਾ, ਕਿਸੇ ਇੱਕ ਪਰਿਵਾਰ ਨੂੰ ਨਹੀਂ ਕਿਹਾ, ਕਿਸੇ ਇੱਕ ਬਰਾਦਰੀ ਨੂੰ ਨਹੀਂ ਕਿਹਾ। ਨਹੀਂ, ਸਮਝਣਾ ਪਵੇਗਾ, ਸੋਚਣਾ ਪਵੇਗਾ, ਥੋੜਾ ਜਿਹਾ ਸੁਰਤ ਨੂੰ ਰੋਕਣਾ ਪਵੇਗਾ, ਕਿਉਂਕਿ ਸਾਡੀ ਸੁਰਤ ਦੀ ਸਪੀਡ ਬਹੁਤ ਵੱਡੀ ਆ ਤੇ ਅਸੀਂ ਆ ਚੁੰਚ ਗਿਆਨੀ, ਜੋ ਮੂੰਹ ਚ ਆਇਆ ਕੱਢਤਾ, ਜੋ ਸੁਣ ਲਿਆ ਉਸ ਦਾ ਹਾਜ਼ਰ ਜਵਾਬ ਦਿੱਤਾ। ਸੋਚਣ ਵਾਸਤੇ ਰੁਕੇ ਨਹੀਂ, ਰੁਕਣਾ ਪਵੇਗਾ। ਕਿਸੇ ਇੱਕ ਕਬੀਲੇ ਨੂੰ ਨਹੀਂ ਕਿਹਾ। ਦੁਬਾਰਾ ਫਿਰ ਦੁਹਰਾ ਲਈਏ, ਸਾਡੇ ਜੀਵਨ ਦਾ ਗੁਰੂ ਸਾਹਿਬ ਭੁਲੇਖਾ ਕੱਢ ਰਹੇ ਨੇ। ਆਪਾਂ ਗੁਰੂ ਦੀ ਬਾਣੀ ਤੇ ਵਿਚਾਰ ਕਰ ਰਹੇ ਹਾਂ। ਧਿਆਨ ਦੇਣਾ ਮੇਰੇ ਸਤਿਗੁਰੂ ਦੇ ਪਿਆਰੇ ਪੂਰਨ ਗੁਰਸਿੱਖੋ, ਅਸੀਂ ਉਸ ਪੂਰੇ ਸਤਿਗੁਰੂ ਨੂੰ ਮੰਨਣ ਵਾਲੇ ਸਿੱਖ ਹਾਂ ਤੇ ਸਾਡੇ ਜੀਵਨ ਵਿੱਚ ਝਗੜੇ ਵੱਧ ਗਏ। ਅਸੀਂ ਬਰਾਦਰੀਆਂ ਦੇ ਤੌਰ ਤੇ, ਜਾਤਾਂ ਦੇ ਤੌਰ ਤੇ ਗੁਰੂ ਕੇ ਘਰ, ਗੁਰੂ ਦੇ ਦਰ ਵੀ ਵੱਖਰੇ ਬਣਾ ਲਏ। ਸਾਡੀਆਂ ਮਰਿਆਦਾ ਵੱਖਰੀਆਂ ਹੋ ਗਈਆਂ। ਇਹ ਫਲਾਣੇ ਫਿਰਕੇ ਦਾ ਹੈ, ਇਹ ਫਲਾਣੇ ਮਹੱਲੇ ਦਾ ਹੈ, ਇਹ ਫਲਾਣੇ ਦਾ ਅਸਥਾਨ ਹੈ। ਸਾਡੀਆਂ ਮੜੀਆਂ ਕਬਰਾਂ ਜਿੱਥੇ ਅੰਤ ਦੇ ਸਮੇਂ ਦੇ ਸਾਨੂੰ ਦਫਨਾਇਆ ਜਾਂਦਾ ਹੈ, ਉਹ ਵੀ ਵੱਖਰੀਆਂ ਬਣਾ ਲਈਆਂ। ਇੰਨੀ ਘਿਰਣਾ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਧਾਰਨ ਕਰੀਏ ਤੇ ਸਾਡੇ ਮਨ ਚੋਂ ਇਹ ਭੁਲੇਖੇ ਨਿਕਲ ਜਾਣਗੇ ਵੀ ਇਸ ਸੰਸਾਰ ਦੇ ਅੰਦਰ ਸ਼ੁਭ ਕਰਨ ਵਾਲਾ ਜੋ ਵੀ ਮਨੁੱਖ ਹੈ, ਨਾ ਉਹ ਕੁੱਤਾ ਹੈ ਤੇ ਨਾ ਉਹ ਚੂੜਾ ਹੈ। ਉਹ ਕਿਸੇ ਇੱਕ ਫਿਰਕੇ ਦੀ ਗੱਲ ਨਹੀਂ। ਮੈਂ ਫੇਰ ਦੁਹਰਾਵਾਂ, ਥੋੜਾ ਜਿਹਾ ਭੁਲੇਖਾ ਸਾਡੇ ਮਨਾਂ ਵਿੱਚ ਹੈ ਕਿ ਅਸੀਂ ਸਾਰਾ ਕੁਝ ਕਰਦੇ ਹਾਂ, ਪਰ ਆਪਾਂ ਆਪਣੇ ਆਪ ਨੂੰ ਛੁਪਾ ਕੇ ਦੂਸਰਿਆਂ ਤੇ ਦੋਸ਼ ਮੜ ਦਿੰਦੇ ਹਾਂ। ਸੁਰਤ ਦੇਈਏ ਗੁਰੂ ਦੇ ਪਿਆਰ ਅੰਦਰ। ਗੁਰੂ ਸਾਹਿਬ ਕਹਿੰਦੇ ਨੇ, ਕਿਸੇ ਨੂੰ ਲੁੱਟ ਕੇ ਖਾਣਾ, ਝੂਠ ਮਾਰ ਕੇ ਖਾਣਾ, ਉਹ ਕੁੱਤਾ ਹੈ, ਉਹ ਚੂੜਾ ਹੈ। ਝੂਠ ਬੋਲਣ ਵਾਲਾ ਚੂੜਾ ਤੇ ਲਾਲਚ ਕਰਨ ਵਾਲਾ ਕੁੱਤਾ। ਜੇ ਇੱਕ ਬੰਦੇ ਦੇ ਵਿੱਚ ਇਹ ਦੋਨੇ ਔਗਣ ਹਨ, ਗੁਨਾਹ ਹਨ, ਤੇ ਫਿਰ ਉਹ ਕੁੱਤਾ ਵੀ ਹੈ ਤੇ ਫਿਰ ਚੂੜਾ ਵੀ ਹੈ। ਅਸੀਂ ਇੱਕ ਫਿਰਕੇ ਵਾਲੇ ਬੰਨੇ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਸਮਝਣਾ ਹੈ, ਆਪ ਵੀ ਸੋਚਣਾ ਹੈ ਕਿ ਗੁਰੂ ਸਾਨੂੰ ਕੀ ਸਮਝਾ ਰਹੇ ਨੇ। ਠੱਗ ਖਾਧਾ ਮਰਦਾਰ, ਐਸੀਆਂ ਝੂਠ ਮਾਰ ਕੇ ਠੱਗੀਆਂ ਕਮਾਉਣਾ ਧਨ ਤੇ ਕਿਸੇ ਨੂੰ ਯਾੜ ਦੇਣਾ ਤੇ ਆਪ ਖੁਸ਼ੀਆਂ ਮਨਾਉਣੀਆਂ, ਇਹ ਤੇਰੇ ਮਰਦਾਰ ਖਾਣ ਦੇ ਬਰਾਬਰ ਹੈ। ਇੱਕ ਨਾਲ ਸੁਰਤ ਜ਼ਰੂਰ ਰੱਖਣੀ ਹੈ। ਕਿਸੇ ਬਰਾਦਰੀ, ਕਿਸੇ ਫਿਰਕੇ ਨੂੰ ਅਸੀਂ ਟਾਰਗੇਟ ਨਹੀਂ ਬਣਾ ਸਕਦੇ ਵੀ ਫਲਾਣਾ ਹੀ ਇਹ ਗੁਨਾਹੀ ਆ, ਅਸੀਂ ਤੇ ਬੜੇ ਚੌਧਰੀ ਹਾਂ, ਅਸੀਂ ਬੜੇ ਸਰਦਾਰ ਹਾਂ, ਅਸੀਂ ਤੇ ਬੜੀ ਉੱਚੀ ਜਾਤ ਵਾਲੇ ਹਾਂ। ਜਾਤਾਂ ਵਿੱਚ, ਕਬੀਲਿਆਂ ਵਿੱਚ ਅਸੀਂ ਫਸ ਕੇ ਦੂਸਰੇ ਨੂੰ ਨਿੰਦਦੇ ਹਾਂ ਤੇ ਮਾੜਾ ਕਰਦੇ ਹਾਂ। ਉਹਨਾਂ ਦੇ ਵਾਸਤੇ ਸਾਡੀ ਸੋਚ ਮੈਲੀ ਆ ਨਾ। ਪਾਤਸ਼ਾਹ ਜੀ ਦੇ ਵਚਨ ਨੇ ਕਿ ਮੈਲੀ ਸੋਚ ਦੇ ਕਾਰਨ ਹੀ ਅਸੀਂ ਮੈਲੇ ਬੋਲ ਬੋਲਦੇ ਹਾਂ। ਕਿਸੇ ਦੇ ਦਿਲ ਨੂੰ ਦਿਖਾਉਣ ਵਾਲੇ ਮੈਲੀ ਸੋਚ ਹੈ। ਇਹ ਸੋਚ ਸਾਡੀ ਮੈਲੀ ਕਿਉਂ ਹੁੰਦੀ ਹੈ? ਇੱਥੇ ਵੀ ਅਸੀਂ ਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਦੁਆਰਾ ਸਰਵਣ ਕਰੀਏ ਕਿ ਸਾਡੇ ਮਨ ਮੈਲੇ ਨੇ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹਛਾ ਨਾ ਹੋਏ। ਅਸੀਂ ਤਨ ਨੂੰ ਧੋਤੀ ਜਾਂਦੇ ਹਾਂ ਤੇ ਸਾਰੀਆਂ ਹਰਕਤਾਂ ਤੇ ਅੰਦਰ ਮੈਲਾ ਮਨ ਕਰੀ ਜਾਂਦਾ ਹੈ। ਕਿਸੇ ਦੀਆਂ ਅਸੀਂ ਤਾਰੀਫਾਂ ਦੇ ਪੜੁੱਲ ਬੰਨੀ ਜਾਂਦੇ ਹਾਂ ਤੇ ਕਿਸੇ ਨੂੰ ਅਸੀਂ ਨੱਕ ਚੜਾ ਕੇ ਤੱਕਦੇ ਹਾਂ, ਨਫ਼ਰਤ ਕਰਦੇ ਹਾਂ। ਐਸੀ ਸਾਡੇ ਜੀਵਨ ਦੀ ਖੇਡ ਕੇਵਲ ਮਨ ਤੋਂ ਸ਼ੁਰੂ ਹੋਈ ਹੈ। ਮਨ ਮੈਲੇ ਸਭ ਕੁਛ ਮੈਲਾ, ਸਾਰਾ ਕੁਛ। ਤੇਰਾ ਨਾਮ ਜਪਿਆ ਵੀ ਮੈਲਾ, ਤੇਰੀ ਜ਼ਾਤ ਬਰਾਦਰੀ ਵੀ ਮੈਲੀ, ਤੇਰਾ ਜਿਉਣਾ ਤ੍ਰਿਗ ਹੈ।
ਕਿਸੇ ਨੂੰ 100 ਵਾਰ ਫਿਟੇ ਮੂੰਹ ਕਹਿ ਦਈਏ ਨਾ, ਇੱਕ ਵਾਰਾਂ ਧ੍ਰਿਗ ਕਹਿ ਦਈਏ ਤੇ 100 ਵਾਰ ਕਹਿਣ ਦੇ ਬਰਾਬਰ ਮੇਰੇ ਪਾਤਸ਼ਾਹ ਜੀ ਦੇ ਬਚਨ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਤਨ ਧੋਣ ਦੇ ਨਾਲ ਮਨ ਹੱਛਾ ਨਹੀਂ ਹੋਣਾ। ਮਨ ਨੂੰ ਮੈਲ ਲੱਗੀ ਹੈ, ਇਹ ਲੈਣੀ ਹੈ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਦੇ ਪਿਆਰ ਵਿੱਚ ਜੁੜ ਕੇ, ਕੁਛ ਵਿਚਾਰ ਕਰਕੇ। ਮਨ ਵਾਲੇ ਬੰਨੇ ਅਸੀਂ ਨਹੀਂ ਗਏ। ਤਨ ਧੋਤੀ ਜਾਂਦੇ ਹਾਂ, ਤਨ ਤੇ ਪਾਏ ਬਸਤਰ ਧੋਤੀ ਜਾਂਦੇ ਹਾਂ, ਬਾਹਰੋਂ ਅਸੀਂ ਬੜੀ ਟੁੱਚ ਕੱਢ ਕੇ ਰੱਖਦੇ ਹਾਂ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮਰਤਾਰ। ਆਪਣੀ ਵਿਚਾਰ ਇਹਨਾਂ ਪਾਵਨ ਬਚਨਾਂ ਦੇ ਉੱਤੇ ਟਿਕੀ ਰਹੇ, ਵਿਚਾਰ ਕਰੀਏ। ਸਤਿਗੁਰੂ ਕਿਰਪਾ ਕਰਨ ਸਮਝ ਵਿੱਚ ਪੈ ਜਾਵੇ। ਮਨ ਮੈਲੇ ਸਭ ਕੁਛ ਮੈਲਾ, ਇਹ ਮਨ ਦੀ ਖੇਡ ਹੈ। ਜਦੋਂ ਅਸੀਂ ਕਿਸੇ ਨੂੰ ਭਦੇ ਸ਼ਬਦ ਬੋਲਦੇ ਹਾਂ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆਂ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਇੱਕ ਬੰਨਿਓ ਅਸੀਂ ਕਿਸੇ ਦੇ ਮਨ ਤੇ ਸੱਟ ਮਾਰਦੇ ਹਾਂ ਭਦੇ ਸ਼ਬਦ ਬੋਲ ਕੇ, ਕਿਸੇ ਜਾਤ ਨੂੰ, ਕਿਸੇ ਬਰਾਦਰੀ ਨੂੰ, ਕਿਸੇ ਫਿਰਕੇ ਨੂੰ, ਕਿਸੇ ਕਬੀਲੇ ਨੂੰ, ਤੇ ਦੂਸਰੇ ਬੰਨੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਖਵਾਉਂਦੇ ਹਾਂ। ਤੇ ਗੁਰ ਕੀ ਵਡਿਆਈ ਜਿਹੜੀ ਹੈ ਉਸ ਨੂੰ ਅਸੀਂ ਵਿਚਾਰਦੇ ਨਹੀਂ ਹਾਂ। ਅਸੀਂ ਬੜੇ ਆਪਣੇ ਆਪ ਨੂੰ ਉੱਚੇ ਰੁਤਬੇ ਦੇ ਮਾਲਕ ਖਵਾ ਕੇ ਕਿਸੇ ਦੇ ਮਨ ਤੇ ਸੱਟ ਮਾਰਨ ਵਾਸਤੇ ਰੱਤਾ ਜਿੰਨਾ ਵੀ ਦੇਰੀ ਨਹੀਂ ਕਰਦੇ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਪਰਾਈ ਕਿਸੇ ਦੀ ਨਿੰਦਿਆ, ਆਪਣੀ ਵਡਿਆਈ ਦੂਸਰੇ ਦੀ ਨਿੰਦਿਆ ਦੇ ਨਾਲ ਅਸੀਂ ਰਾਤ ਦਿਨੇ ਮੂੰਹ ਭਰਿਆ ਹੋਇਆ, ਸਾਡੇ ਕੰਨ ਖੁੱਲ੍ਹੇ ਰਹਿੰਦੇ ਨੇ ਨਿੰਦਿਆ ਸੁਣਨ ਨੂੰ, ਤੇ ਜ਼ੁਬਾਨ ਤੋਤਾ ਰਟਣ ਕਰੀ ਜਾਂਦੀ ਆ। ਅਸੀਂ ਸਤਿਪੁਰਖਾਂ ਦੀ ਵੀ ਨਿੰਦਿਆ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਚੰਗਾ ਪੇਸ਼ ਕਰਦੇ ਹਾਂ। ਕੋਈ ਵੀ ਇਨਸਾਨ ਕਿਸੇ ਦੀ ਨਿੰਦਿਆ ਕਰਦਾ ਹੈ, ਉਹ ਆਪਣੇ ਗੁਨਾਹਾਂ ਨੂੰ ਪਰਦਾਪੋਸ਼ੀ ਬਣਾਉਂਦਾ ਹੈ। ਪਰਦਾਪੋਸ਼ੀ ਬਣਾਉਂਦਾ ਹੈ, ਉਹ ਆਪਣੇ ਪਾਪਾਂ ਤੇ ਪਰਦਾ ਖੁਦ ਪਾ ਰਿਹਾ ਹੈ, ਪਰ ਉਹ ਆਪ ਖੁਦ ਐਸੇ ਕਰਮ ਕਰਨ ਵਾਲਾ ਹੀ ਦੂਸਰਿਆਂ ਨੂੰ ਨੀਵਾਂ ਖਾਉਂਦਾ ਤੇ ਦੂਸਰਿਆਂ ਦੇ ਮਨ ਤੇ ਸੱਟ ਮਾਰਦਾ ਹੈ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ, ਤੂੰ ਪਰਾਈ ਨਿੰਦਿਆ ਕਰਨ ਵਾਸਤੇ ਹਮੇਸ਼ਾ ਆਪਣੇ ਕੰਨਾਂ ਨੂੰ ਖੋਲ ਕੇ ਰੱਖਦਾ ਹੈ, ਜ਼ੁਬਾਨ ਨੂੰ, ਮੂੰਹ ਨੂੰ ਖੋਲ ਕੇ ਰੱਖਦਾ ਹੈ। ਤੇਰਾ ਮੂੰਹ ਮੈਲ ਨਾ ਭਰਿਆ ਹੋਇਆ, ਮੁਖ ਸੁਧੀ ਅਗਨ ਕ੍ਰੋਧ ਚੰਡਾਲ। ਤੇਰੇ ਅੰਦਰ ਚੰਡਾਲਣ ਨੇ ਰੂਪ ਧਰਿਆ ਹੋਇਆ ਹੈ, ਚੰਡਾਲ ਬਣਿਆ ਹੋਇਆ ਹੈ। ਤੂੰ ਕਸਾਈ ਹੈ ਭਾਗ। ਕਸੈਣ ਨੂੰ ਚੰਡਾਲਣ ਕਿਹਾ ਇੱਥੇ ਸਤਿਗੁਰਾਂ ਨੇ। ਪਾਤਸ਼ਾਹ ਜੀ ਐਸੇ ਲਫ਼ਜ਼ ਸਾਨੂੰ ਕਿਉਂ ਸੁਣਾਉਂਦੇ ਨੇ, ਕਿਉਂ ਸਮਝਾਉਂਦੇ ਨੇ ਕਿ ਹੇ ਭਾਈ, ਤੈਨੂੰ ਬੜਾ ਵਡਮੁੱਲਾ ਸਤਿਗੁਰੂ ਨੇ ਸੋਹਣਾ ਸੁੰਦਰ ਸਰੀਰ ਮਨੁੱਖਾ ਦੇਹ ਵਿੱਚ ਦਿੱਤਾ ਹੈ, ਇਹਨੂੰ ਸੰਭਾਲ ਲਾ। ਕਿਤੇ ਪਰਾਈ ਨਿੰਦਿਆ ਕਰ ਕਰਕੇ, ਪਰਾਈ ਮੈਲ ਦੇ ਫੱਕੇ ਮਾਰ ਮਾਰ ਕੇ ਤੂੰ ਕਿਤੇ ਆਪਣੇ ਜੀਵਨ ਨੂੰ ਭ੍ਰਿਸ਼ਟ ਨਾ ਕਰ ਲਵੇਂ। ਤੇਰੇ ਅੰਦਰ ਇੰਨਾ ਪ੍ਰਚੰਡ ਕ੍ਰੋਧ ਹੈ ਕਿ ਤੂੰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜੇ ਤੈਨੂੰ ਕੋਈ ਕਹਿ ਦੇ ਨਾ ਭਾਈ, ਐਸੀਆਂ ਪੰਗਤੀਆਂ ਦੁਆਰਾ ਭਾਵੇਂ ਸਤਿਗੁਰੂ ਦੀ ਵਡਿਆਈ ਵੀ ਕਹਿ ਦੇਵੇ ਕਿ ਤੂੰ ਆਹ ਕੰਮ ਕਰਿਆ ਕਰ, ਤੇ ਤੂੰ ਕ੍ਰੋਧੀ ਹੋ ਜਾਂਦਾ ਹੈ। ਅੱਗੋਂ ਇਹ ਕਹਿਣਾ ਮੈਂ ਜਾਣਦਾ ਸਾਰਾ ਕੁਛ, ਪਰ ਆਪ ਗੰਦਗੀ ਨਾਲ ਮੂੰਹ ਭਰਿਆ ਹੋਇਆ। ਪਰਾਈ ਨਿੰਦਿਆ ਨਾਲ ਹੈ। ਗੁਰੂ ਕਿਰਪਾ ਕਰੇ ਸਾਡੀ ਸਮਝ ਵਿੱਚ ਇੱਕ ਇੱਕ ਅੱਖਰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪੈ ਜਾਵੇ, ਤੇ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਕਰੀਏ। ਅਸੀਂ ਆਪਣੇ ਸਰਵਣਾ ਕੰਨਾਂ ਦੇ ਉੱਤੇ ਕੰਟਰੋਲ ਕਰੀਏ ਕਿ ਕਿਸੇ ਦੇ ਮਨ ਤੇ ਸੱਟ ਨਾ ਮਾਰੀਏ। ਕਿਸੇ ਫਿਰਕੇ ਨੂੰ, ਕਿਸੇ ਬਰਾਦਰੀ ਨੂੰ ਅਸੀਂ ਇਹੋ ਜਿਹੇ ਸ਼ਬਦ ਬੋਲ ਕੇ ਉਹਨਾਂ ਦੀ ਮੈਲ ਧੋ ਕੇ ਅਸੀਂ ਮੂੰਹ ਨਾ ਭਰ ਲਈਏ। ਐਸਾ ਜਿਹੜਾ ਕ੍ਰੋਧ ਹੈ ਨਾ, ਇਹ ਮਨੁੱਖ ਦਾ ਜੀਵਨ ਬਰਬਾਦ ਕਰ ਦਿੰਦਾ ਹੈ। ਇਸ ਕ੍ਰੋਧ ਦੇ
ਲਫ਼ਜ਼ਾਂ ਨੂੰ ਸਤਿਗੁਰੂ ਨੇ ਆਪਣੇ ਬਚਨਾਂ ਦੁਆਰਾ ਸਾਨੂੰ ਕੁਛ ਅੱਗੇ ਸੋਝੀ ਦਿੱਤੀ ਹੈ। ਤੇਰੇ ਅੰਦਰ ਵਕਾਰ ਨੇ, ਤੂੰ ਵਕਾਰੀ ਹੈ, ਮਨ ਵਕਾਰੀ ਵਿਹੜਿਆ ਪੀ ਵਕਾਰਾ ਮਾਹੇ, ਇਸ ਕਰਕੇ ਤੂੰ ਕ੍ਰੋਧੀ ਆ। ਕ੍ਰੋਧ ਤੈਨੂੰ ਉਦੋਂ ਆਉਂਦਾ ਜਦੋਂ ਕੋਈ ਤੇਰੇ ਬੁਰੇ ਕੰਮਾਂ ਨੂੰ ਤੇਰੇ ਸਾਹਮਣੇ ਰੱਖਦਾ ਹੈ ਕਿ ਭਾਈ ਤੂੰ ਦੂਸਰਿਆਂ ਨੂੰ ਉਪਦੇਸ਼ ਬੜਾ ਸੁੰਦਰ ਦੇ ਰਿਹਾ ਹੈ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ, ਤੇਰਾ ਮਨ ਤਾਂ ਵਿਜ਼ਾ ਪਿਆ ਹੈ, ਮਨ ਵਿਕਾਰੀ ਵਿਹੜਿਆ। ਉਸ ਵੇਲੇ ਸਾਨੂੰ ਕ੍ਰੋਧ ਆਉਂਦਾ ਹੈ, ਉਸ ਵੇਲੇ ਸਾਡੇ ਅੰਦਰ ਕ੍ਰੋਧ ਦੀ ਅੱਗ ਦੇ ਭਾਂਬੜ ਮੱਚ ਜਾਂਦੇ ਨੇ। ਅਸੀਂ ਫਿਰ ਦੂਸਰੇ ਨੂੰ ਆਹ ਸ਼ਬਦ ਬੋਲਦੇ ਹਾਂ ਜਿਹੜੇ ਸਾਡੇ ਮੂੰਹ ਵਿੱਚੋਂ ਨਿਕਲੇ ਦੂਸਰੇ ਦਾ ਦਿਲ ਟੁੱਟ ਜਾਂਦਾ ਹੈ, ਦੂਸਰੇ ਦੇ ਮਨ ਨੂੰ ਸੱਟ ਵੱਜਦੀ ਹੈ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ। ਇੱਕ ਬੰਨੇ ਉਹ ਰੱਬ ਨੂੰ ਮਿਲਣਾ ਚਾਹੁੰਦੇ, ਇੱਕ ਬੰਨੇ ਰੱਬ ਦੀਆਂ ਗੱਲਾਂ ਗੁਰੂ ਦੇ ਬਚਨ ਨਹੀਂ ਕਮਾਉਂਦੇ, ਤੇ ਮਨ ਤੇ ਸੱਟ ਮਾਰ ਕੇ ਅਸੀਂ ਪਾਪਾਂ ਦੇ ਭਾਗੀ ਹੋ ਜਾਂਦੇ ਹਾਂ ਤੇ ਆਪਣੀ ਜ਼ਬਾਨ ਨੂੰ ਗੰਦਿਆਂ ਕਰ ਲੈਂਦੇ ਹਾਂ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਆਪਣੀ ਵਡਿਆਈ ਕਰਦੇ ਹਾਂ ਅਸੀਂ, ਮਨ ਦੇ ਮੈਲੇ ਲੋਕ ਆਪਣੀ ਵਡਿਆਈ ਕਰਦੇ ਹਾਂ ਤੇ ਦੂਸਰਿਆਂ ਨੂੰ ਅਸੀਂ ਮਾੜਾ ਕਹਿਣ ਵਿੱਚ ਦੇਰੀ ਨਹੀਂ ਕਰਦੇ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਹਰ ਵੇਲੇ ਹਰ ਪ੍ਰਕਾਰ ਦੀ ਨਿੰਦਿਆ, ਝੂਠ ਠੱਗੀ ਕਰਨ ਵਿੱਚ ਕੋਈ ਗੁਰੇਜ਼ ਨਹੀਂ ਕਰਦੇ ਤੇ ਫਿਰ ਆਪਣੇ ਆਪ ਦੀਆਂ ਵਡਿਆਈਆਂ ਪੜੁੱਲ ਬੰਨ੍ਹਦੇ, ਦੂਸਰਿਆਂ ਨੂੰ ਨੀਵਾਂ ਵਿਖਾ ਕੇ, ਦੂਸਰਿਆਂ ਦੇ ਮਨ ਤੇ ਸੱਟ ਮਾਰ ਕੇ। ਸੋਚੀਏ ਕਿਤੇ ਇਸੇ ਕਾਰਨ ਕਰਕੇ ਤਾਂ ਨਹੀਂ ਅਸੀਂ ਕਈ ਧੜਿਆਂ ਵਿੱਚ ਵੰਡੇ ਗਏ। ਇਸੇ ਕਾਰਨ ਕਰਕੇ ਤੇ ਗੁਰੂ ਦੇ ਸਿੱਖ ਖਵਾਉਣ ਵਾਲੇ ਅਸੀਂ ਆਪਸ ਵਿੱਚ ਇੰਨੀ ਦੂਰੀ ਬਣਾ ਬੈਠੇ ਹਾਂ। ਅਸੀਂ ਗੁਰੂ ਨੂੰ ਵੀ, ਗੁਰੂ ਪ੍ਰਤੀ, ਗੁਰੂ ਦੇ ਇਤਿਹਾਸ ਪ੍ਰਤੀ, ਗੁਰੂ ਦੀ ਬਾਣੀ ਉੱਤੇ ਵੀ ਅਸੀਂ ਕਿੰਤੂ ਪਰੰਤੂ ਕਰਨ ਲੱਗੇ, ਜਰਾ ਇਹਨਾਂ ਵੀ ਨਹੀਂ ਸੋਚਦੇ। ਸਾਡੇ ਅੰਦਰ ਜਿਹੜੀ ਕਸੈਣ ਬਿਰਤੀ ਆ, ਭੈੜੀ ਬਿਰਤੀ ਆ, ਉਹਦਾ ਕਾਰਨ ਕਰਕੇ ਅਸੀਂ ਨਿੰਦਿਆ ਕਰਦੇ ਹਾਂ। ਕੁਬੁੱਧ ਡੂਮਣੀ ਕੁਦਇਆ ਕੁਸੈਣ, ਪਰ ਨਿੰਦਾ ਘਟ ਚੂਹੜੀ, ਜਿਹੜੀ ਹਿਰਦੇ ਵਿੱਚ ਵਸੀ ਹੋਈ ਹੈ, ਜਿਹਦਾ ਅਸੀਂ ਹਰ ਟਾਈਮ ਤੇ ਜਾਪ ਕਰਦੇ ਹਾਂ। ਮੁੱਠੀ ਕ੍ਰੋਧ ਚੰਡਾਲ, ਚੰਡਾਲ ਦਾ ਰੂਪ ਅਸੀਂ ਧਾਰਨ ਕੀਤਾ ਹੋਇਆ ਹੈ। ਸਾਡੇ ਮਨ ਦੇ ਅੰਦਰ, ਹਿਰਦੇ ਦੇ ਅੰਦਰ ਚੂੜੀ ਰੂਪੀ ਅਗਨ ਪ੍ਰਚੰਡ ਹੈ, ਬੈਠੀ ਹੋਈ ਹੈ। ਇਸ ਕਰਕੇ ਸਾਡੀ ਜਿਹੜੀ ਮੱਤ ਹੈ ਉਹ ਟਿਕਾਣੇ ਨਹੀਂ ਹੈ। ਇਸੇ ਕਰਕੇ ਸਾਡਾ ਮਨ ਮੈਲਾ ਹੈ। ਸਾਡਾ ਮਨ ਮੈਲੇ ਦਾ ਕਾਰਨ ਕਰਕੇ ਹੀ ਸਾਡਾ ਜਪਿਆ ਹੋਇਆ ਨਾਮ ਥਾਏ ਨਹੀਂ ਪੈਂਦਾ, ਕੀਤਾ ਹੋਇਆ ਪੁੰਨਦਾਨ ਥਾਏ ਨਹੀਂ ਪੈਂਦਾ। ਅਸੀਂ ਰੱਬ ਦੇ ਪਿਆਰਿਆਂ ਨੂੰ ਨਹੀਂ ਪਛਾਣ ਸਕਦੇ, ਕਿਉਂ? ਸਾਡਾ ਮਨ ਮੈਲਾ, ਸਭ ਕੁਛ ਮੈਲਾ ਹੈ ਨਾ। ਮੈਲੇ ਮਨ ਦਾ ਕਾਰਨ ਕਰਕੇ ਹੀ ਸਾਰਾ ਕੁਛ ਹੈ ਕਿ ਸਮਝ ਨਹੀਂ ਪੈ ਰਹੀ ਸਾਨੂੰ। ਕਾਰਨ ਕੀ ਹੈ? ਕਾਰਨ ਸਤਿਗੁਰੂ ਸਾਨੂੰ ਆਪ ਦੱਸਦੇ ਨੇ ਕਿ ਤੂੰ ਇਹਨਾਂ ਕੰਮਾਂ ਤੋਂ ਗੁਰੇਜ਼ ਕਰ ਤੇ ਥੋੜ੍ਹੀ ਜਿਹੀ ਤੇਰੀ ਮੱਤ ਉੱਚੀ ਹੋਵੇ। ਜਦੋਂ ਮੱਤ ਉੱਚੀ ਦਾ ਧਾਰਨੀ ਹੋਵੇਗਾ ਨਾ, ਤੇ ਫਿਰ ਤੈਨੂੰ ਇਹ ਸ਼ਬਦ ਚੰਗੇ ਲੱਗਣਗੇ ਜਿਹੜੇ ਤੂੰ ਕਦੇ ਨਹੀਂ ਬੋਲਦਾ ਤੇ ਕਦੇ ਨਹੀਂ ਸੁਣਦਾ। ਪਾਤਸ਼ਾਹ ਜੀ ਦੇ ਵਚਨ ਹੈ ਕਿ ਤੂੰ ਕਿਸੇ ਦੇ ਮਨ ਨੂੰ ਸੱਟ ਮਾਰਨੋਂ ਹਟ ਜਾਵੇਂਗਾ, ਕਿਸੇ ਨੂੰ ਘਟੀਆ ਲਫ਼ਜ਼ ਨਹੀਂ ਬੋਲੇਗਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮਰਦਾਰ, ਤੇਰੀ ਸੋਚ ਪਕੜ ਕਰ ਜਾਵੇਗੀ ਇਹਨਾਂ ਨੂੰ ਬਚਨਾਂ ਨੂੰ, ਕਿ ਸੰਸਾਰ ਦੇ ਵਿੱਚ ਕਿਸੇ ਇੱਕ ਮਨੁੱਖ ਨੂੰ ਨਹੀਂ ਇਹ ਬਚਨ ਮੇਰੇ ਸਤਿਗੁਰੂ ਜੀ ਨੇ ਕਹੇ ਕਿ ਫਲਾਣਾ ਕੁੱਤਿਆਂ ਵਰਗੀ ਜ਼ਿੰਦਗੀ ਭੋਗਦਾ ਹੈ, ਫਲਾਣਾ ਚੂੜਿਆਂ ਵਰਗਾ ਹੈ ਤੇ ਫਲਾਣਾ ਐਸੇ ਕਰਮ ਕਰਦਾ ਹੈ। ਤੈਨੂੰ ਆਪਣੇ ਵੱਲ ਗੁਰਬਾਣੀ ਦੇ ਦੁਆਰਾ ਸਮਝ ਪੈਣ ਲੱਗ ਜੇ ਵੀ ਜੇ ਤੂੰ ਇਹ ਅੰਦਰ ਤੇਰੇ ਅੰਦਰ ਇਹ ਚੀਜ਼ਾਂ ਨੇ ਤੇਰੇ ਹਿਰਦੇ ਵਿੱਚ ਟਿਕਾਓ ਕੀਤਾ ਹੈ, ਤੇ ਫਿਰ ਤੂੰ ਖੁਦ ਹੈ ਭਾਈ ਆਪ ਵੀ ਕੁੱਤਾ ਹੈ ਤੇ ਚੂੜਾ ਵੀ ਹੈ, ਜਿਹੜੇ ਤੂੰ ਗਿਰੇ ਕੰਮ ਕਰਦਾ। ਮੈਂ ਦੁਬਾਰਾ ਫਿਰ ਦੁਹਰਾਵਾਂ, ਥੋੜ੍ਹੀ ਜਿਹੀ ਸਾਡੀ ਮੱਤ ਉੱਚੀ ਹੋਵੇ ਤੇ ਸਮਝ ਪੈ ਸਕਦੀ ਆ। ਅਸੀਂ ਅਰਦਾਸ ਕਰਦੇ ਹਾਂ, ਸਤਿਗੁਰੂ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਪਰ ਹਿਰਦੇ ਵਿੱਚ
ਸਾਡੇ ਨਿੰਦਿਆ ਟਿਕੀ ਹੋਈ ਹੈ। ਹਿਰਦੇ ਦੇ ਵਿੱਚ ਸਾਨੂੰ ਉੱਚੀ ਜਾਤੀ ਦਾ ਹੰਕਾਰ ਹੈ। ਹਿਰਦੇ ਦੇ ਵਿੱਚ ਅਸੀਂ ਪਰਾਏ ਤਨ ਦੇ, ਪਰਾਏ ਧਨ ਦੇ ਤੇ ਪਰਾਈ ਨਿੰਦਿਆ ਦੇ ਬੜੇ ਭੰਡਾਰੇ ਇਕੱਠੇ ਕੀਤੇ ਹੋਏ ਆ। ਸਾਡੀ ਭਾਵਨਾ ਜਿਹੜੀ ਹੈ ਵਕਾਰਾਂ ਵਾਲੇ ਬੰਨੇ ਜੁੜੀ ਹੋਈ ਹੈ। ਮੇਰੇ ਮਾਲਕ ਬਚਨ ਸਾਨੂੰ ਦੱਸਦੇ ਹੈ, ਸਤਿਗੁਰੂ ਜੀ ਕਿਰਪਾ ਕਰਦੇ ਹੈ ਕਿ ਤੂੰ ਬਹੁਤਿਆਂ ਜਨਮਾਂ ਦਾ ਕਰਕੇ ਵਿਛੜ ਕੇ ਆਪਣੇ ਜੀਵਨ ਨੂੰ, ਮਨ ਨੂੰ ਮੈਲਾ ਕਰ ਲਿਆ ਹੈ। ਇਸ ਕਰਕੇ ਤੇਰੇ ਮੈਲੇ ਮਨ ਦੇ ਵਿੱਚੋਂ ਮੈਲੀਆਂ ਹੀ ਆਵਾਜ਼ਾਂ ਨਿਕਲਦੀਆਂ ਹੈ, ਮੈਲੀਆਂ ਵਿਚਾਰਾਂ ਨਿਕਲਦੀਆਂ ਹੈ, ਪਰ ਦੂਸਰਿਆਂ ਤੱਕ ਜੋ ਤੂੰ ਉਪਦੇਸ਼ ਕਰਦਾ ਹੈ ਉਹਨਾਂ ਨੂੰ ਆਪ ਨਹੀਂ ਕਮਾਉਂਦਾ। ਅਵਰ ਉਪਦੇਸਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਤੇਰਾ ਜੰਮਣ ਮਰਨ ਦਾ ਗੇੜਾ ਤਾਂ ਨਹੀਂ ਮੁੱਕਦਾ ਕਿ ਤੂੰ ਲਾਲਚੀ ਹੈ, ਤੂੰ ਨਿੰਦਕ ਹੈ, ਤੂੰ ਬੁਰਾਈਆਂ ਕਰਦਾ ਹੈ, ਤੇਰੇ ਅੰਦਰ ਲੱਭ ਹੈ, ਇਸ ਕਰਕੇ ਤੂੰ ਕੁੱਤਾ ਹੈ, ਤੂੰ ਝੂਠ ਬੋਲਦਾ ਹੈ, ਤੂੰ ਚੂੜਾ ਹੈ। ਆਪਾਂ ਦੋ ਨਾਵਾਂ ਦੇ ਉੱਤੇ ਵਿਚਾਰ ਪਾਵਨ ਪਵਿੱਤਰ ਰਸਨਾ ਗੁਰੂ ਨਾਨਕ ਸਾਹਿਬ ਜੀ ਤੋਂ ਉਚਾਰੇ ਹੋਏ ਬੋਲ ਗੁਰਬਾਣੀ ਇਸ ਜੱਗ ਮੈਂ ਚਾਨਣ ਦੀ ਦਾਤ ਦੇ ਵਿਚਾਰ ਕਰ ਰਹੇ ਹਾਂ। ਧਿਆਨ ਦੇਈਏ ਕਿ ਤੇਰਾ ਮਨ ਮੈਲਾ ਹੈ, ਤੂੰ ਲਾਲਚ ਕਰਦਾ ਹੈ, ਤੇਰਾ ਮਨ ਮੈਲਾ ਹੈ, ਤੂੰ ਕੁੱਤਿਆਂ ਵਾਲੇ ਕੰਮ ਕਰਦਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਸਾਰਿਆਂ ਵਾਸਤੇ। ਕਿਸੇ ਵੀ ਜਾਤੀ ਨੂੰ ਬਖਸ਼ਿਆ ਨਹੀਂ ਸਤਿਗੁਰੂ ਨੇ, ਕਿਸੇ ਫਿਰਕੇ ਨੂੰ ਨਹੀਂ ਬਖਸ਼ਿਆ, ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਇਹ ਲਫ਼ਜ਼ ਦੁਬਾਰਾ ਦੁਹਰਾ ਤਾਂ ਰਿਹਾ, ਸਮਝਿਓ ਕਿ ਸਾਡੀ ਥੋੜ੍ਹੀ ਮੱਤ ਹੈ, ਅਸੀਂ ਭੁਲੱਕੜ ਹਾਂ, ਅਸੀਂ ਦੂਸਰੇ ਵੱਲ ਇਸ਼ਾਰਾ ਕਰਦੇ ਹਾਂ। ਅਵਰ ਉਪਦੇਸ ਹੈ ਦੂਜਿਆਂ ਨੂੰ ਉਪਦੇਸ਼ ਕਰਨਾ, ਆਪ ਨਾ ਕਰੇ, ਆਪਣੇ ਵੱਲ ਨਹੀਂ ਹੈ, ਦੂਸਰਿਆਂ ਵੱਲ ਨਹੀਂ। ਸਤਿਗੁਰੂ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਹੁਣ ਇਹ ਬਚਨ ਜੇ ਤੈਨੂੰ ਚੰਗੇ ਲੱਗਦੇ ਨੇ ਬਾਪੂ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ, ਤੇ ਤੂੰ ਫਿਰ ਇੱਕ ਅਰਦਾਸ ਕਰ ਕਿ ਮੈਨੂੰ ਸਮਝ ਪੈ ਜਾਵੇ, ਮੇਰੀ ਮੱਤ ਉੱਚੀ ਹੋ ਜਾਵੇ। ਜਿਹੜੀ ਗਿੱਟਿਆਂ ਦੇ ਵਿੱਚ ਫਸ ਗਈ ਹੈ ਨਾ ਸਾਡੀ ਮੱਤ, ਤੇ ਮਨ ਹੰਕਾਰ ਨਾਲ ਸਮਾਨ ਨੂੰ ਲੱਗਾ ਹੋਇਆ, ਜਿਹੜੇ ਅਸੀਂ ਕਿਸੇ ਦੇ ਮਨ ਤੇ ਸੱਟ ਮਾਰਨ ਲੱਗੇ ਰਤੀ ਜਿੰਨਾ ਲਿਹਾਜ਼ ਨਹੀਂ ਕਰਦੇ, ਅਸੀਂ ਬੜਬੋਲੇ ਹੋ ਗਏ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੋ ਜਿਹੇ ਸਿੱਖ ਨਹੀਂ ਸੀ ਦੁਨੀਆ 'ਚ ਪੈਦਾ ਕੀਤੇ ਕਿ ਸਿੱਖ ਹੋ ਕੇ ਝੂਠ ਬੋਲੇ ਤੇ ਵਕਾਰਾਂ ਦਾ ਧਾਰਨੀ ਹੋਵੇ ਤੇ ਉਹ ਆਪਣੇ ਆਪ ਨੂੰ ਫਿਰ ਵੀ ਚੌਧਰੀ ਖਵਾਵੇ। ਸਿੱਖ ਹੋ ਕੇ ਠੱਗੀਆਂ ਮਾਰੇ ਤੇ ਉਹ ਆਪਣੇ ਆਪ ਨੂੰ ਆਖੇ ਬਹੁਤ ਚੰਗਾ, ਮੈਂ ਬਹੁਤ ਵਧੀਆ, ਮੇਰੇ ਵਰਗਾ ਕੋਈ ਨਹੀਂ ਹੈਗਾ, ਮੈਂ ਹੀ ਸਭ ਕੁਛ ਹਾਂ। ਤੇ ਇੰਨਾ ਕੁਛ ਕਰਨ ਤੋਂ ਬਾਅਦ ਫਿਰ ਆਪਣੀਆਂ ਸਿਫਤਾਂ ਆਪ ਕਰੇ ਤੇ ਆਖੇ ਵੀ ਮੇਰੇ ਵਰਗਾ ਤਾਂ ਦੁਨੀਆ ਤੇ ਕੋਈ ਮਾਂ ਨੇ ਪੁੱਤ ਜੰਮਿਆ ਹੀ ਨਹੀਂ ਹੈਗਾ। ਤੂੰ ਅਰਦਾਸ ਕਰ, ਇਸੇ ਕਰਕੇ ਤੇਰਾ ਆਉਣਾ ਜਾਣਾ ਸੰਸਾਰ 'ਚ ਬਣਿਆ ਹੋਇਆ ਤੇ ਮੁੱਕ ਜਾਵੇ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀ ਜੈ। ਇਹੋ ਜਿਹੀ ਬਖਸ਼ ਕਰੋ। ਮੈਂ ਸੱਚ ਬੋਲਣ ਤੋਂ ਕੰਜੂਸ ਰਿਹਾ, ਮੈਂ ਦੂਸਰਿਆਂ ਦੀ ਨਿੰਦਾ ਖੁੱਲ੍ਹ ਕੇ ਕੀਤੀ ਹੈ, ਦੂਸਰਿਆਂ ਦਾ ਮਾਲ ਧਨ ਖੂਬ ਮੈਂ ਲੁੱਟਿਆ। ਮੈਂ ਅੱਜ ਤੱਕ ਜ਼ਿੰਦਗੀ 'ਚ ਕੋਈ ਚੰਗਾ ਕੰਮ ਨਹੀਂ ਕੀਤਾ। ਇਹ ਮਨ ਗੁਰੂ ਦੇ ਦਰ ਦੇ ਉੱਤੇ ਮੰਨ ਕੇ ਤੇ ਆਏ, ਆਪਣੇ ਮੁਖ ਤੋਂ ਬਚਨ ਕਹੇ, ਹੁਣ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰੇ ਹੁਣ ਗੁਨਾਹ ਮੈਨੂੰ ਮਾਫ ਕਰ ਦਿਓ, ਮੈਨੂੰ ਸਮਝ ਪੈ ਗਈ। ਦੁਨੀਆ ਦਾ ਸਭ ਤੋਂ ਝੂਠਾ ਬੰਦਾ ਮੈਂ ਹਾਂ। ਇਹ ਫੀਲਿੰਗ ਲੈ ਕੇ ਅੰਦਰ ਹਿਰਦੇ ਤੋਂ ਗੁਰੂ ਦੇ ਚਰਨਾਂ ਉੱਤੇ ਟਹਿ ਪਈਏ ਕਿ ਦੂਸਰਿਆਂ ਨੂੰ ਮਾੜਾ ਕਹਿਣ ਵਾਲਾ ਮੈਂ ਹਾਂ। ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ ਤੇ ਇਹ ਸੋਚ ਕੇ ਮੰਨ ਕੇ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਆਵਾਂਗੇ ਤੇ ਉਹ ਸਾਨੂੰ ਗਲ ਨਾ ਲਾ ਲਵੇਗਾ। ਗੁਨਾਹ ਮੰਨਣਾ ਸਾਡਾ ਫਰਜ਼ ਬਣਦਾ ਹੈ। ਜੋ ਸ਼ਰਨ ਆਵੇ ਤੇ ਸਕੰਠ ਲਾਵੇ।
ਇਹੋ ਬਿਰਧ ਸੁਆਮੀ ਸੰਦਾ। ਮੰਨ ਕੇ ਇਹ ਬਚਨ ਸਤਿਗੁਰੂ ਜੀ ਦੇ ਬਾਣੀ ਦੇ ਵਿੱਚੋਂ ਸਮਝ ਲਈਏ ਕਿ ਤੂੰ ਹੀ ਸਾਨੂੰ ਪਾਲਣ ਵਾਲਾ ਹੈ, ਤੂੰ ਹੀ ਸਾਨੂੰ ਪੈਦਾ ਕੀਤਾ ਹੈ। ਸਤਿਗੁਰੂ ਸਾਡੇ ਤੋਂ ਇਹ ਪਰਦਾ ਕਿਉਂ ਇੰਨਾ ਚਿਰ ਰੱਖਿਆ ਹੈ ਕਿ ਅਸੀਂ ਦੂਸਰਿਆਂ ਨੂੰ ਹੀ ਉਪਦੇਸ਼ ਕਰੀ ਗਏ ਹਾਂ, ਦੂਸਰਿਆਂ ਨੂੰ ਹੀ ਮਾੜਾ ਕਹੀ ਗਏ ਹਾਂ, ਆਪਣੀਆਂ ਵਡਿਆਈਆਂ ਆਪ ਕਰੀ ਗਏ ਹਾਂ। ਸਾਡਾ ਇਹ ਭੁਲੇਖਾ ਕਿਉਂ ਨਹੀਂ ਨਿਕਲਿਆ? ਜੇ ਹੁਣ ਸਮਝ ਪੈ ਗਈ ਆ ਆਪ ਜੀ ਦੇ ਪਿਆਰੇ ਬਚਨਾਂ ਤੋਂ, ਤੇ ਅਸੀਂ ਹੁਣ ਤੇਰੀ ਸ਼ਰਨ ਵਿੱਚ ਆ। ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਅਸੀਂ ਤੇਰੇ ਬੱਚੇ ਪੈਦਾ ਕੀਤੇ ਹੋਏ ਹਾਂ, ਤੁਸੀਂ ਸਾਡੇ ਮਾਲਕ ਹੋ, ਸਾਡੇ ਸਿਰ ਦੇ ਸਾਈਂ ਹੋ। ਤੇ ਪਾਤਸ਼ਾਹ ਗੁਰੂ ਅੱਗੇ ਬਚਨ ਸਾਨੂੰ ਦਿੰਦੇ ਹੈ ਕਿ ਅਸੀਂ ਇਹਨਾਂ ਬਚਨਾਂ ਨੂੰ ਸਮਝ ਲਈਏ, ਇਹਨਾਂ ਬਚਨਾਂ ਦੁਆਰਾ ਉਸ ਪਰਮੇਸ਼ਰ ਦੀ ਵਡਿਆਈ ਕਰੀਏ। ਜਦੋਂ ਸਾਡੇ ਹਿਰਦੇ ਵਿੱਚ ਗੁਰੂ ਦੇ ਬਚਨ ਜਿਹੜੇ ਹੈ ਉਹ ਵਸਣਗੇ ਨਾ, ਤੇ ਸਾਡੀ ਸੁਰਤ, ਸਾਡਾ ਮਨ, ਸਾਡੀ ਸੋਚ ਸਮਝ ਜਾਵੇਗੀ। ਅਸੀਂ ਆਪਣੀ ਸੋਚ ਨੂੰ, ਆਪਣੇ ਮਨ ਨੂੰ, ਆਪਣੀਆਂ ਵਿਚਾਰਾਂ ਨੂੰ ਖੁਦ ਨਹੀਂ ਕਦੇ ਸਮਝਿਆ, ਦੂਸਰਿਆਂ ਨੂੰ ਸਮਝਾਉਂਦੇ ਆ। ਬਾਣੀ ਪੜ੍ਹ। ਭਗਤ ਨਾਮਦੇਵ ਜੀ ਦੇ ਬਚਨਾਂ ਚੋਂ ਇੱਕ ਬਚਨ ਸਾਂਝਾ ਕਰੀਏ। ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕਉ ਸਮਝਾਵੋ। ਹੇ ਭਾਈ, ਅੰਮ੍ਰਿਤ ਬਾਣੀ ਪਰਮੇਸ਼ਰ ਦੀ ਤੁਸੀਂ ਆਪਣੇ ਹਿਰਦੇ ਤੋਂ ਉਚਾਰਨ ਕਰੋ। ਆਹ ਜਿਹੜੀ ਗਲ ਦੀ ਘੰਟੀ ਆ ਨਾ ਸਾਡੀ, ਇੱਥੋਂ ਕਿ ਅਸੀਂ ਬੋਲੀ ਜਾਂਦੇ ਹਾਂ, ਥੱਲੇ ਸਾਰਾ ਜਿਹੜਾ ਭੰਡਾਰਾ ਹੈ ਉਹ ਖਾਲੀ ਪਿਆ ਹੈ। ਨਾਮ ਰੰਗ ਤੋਂ, ਨਾਮ ਰਸ ਤੋਂ ਅੰਦਰ ਅਸੀਂ ਆਪਣੇ ਹਿਰਦੇ ਦੇ ਵਿੱਚ ਜਿੱਥੇ ਨਾਮ ਟਿਕਾਉਣਾ ਸੀ, ਜਿੱਥੇ ਗੁਰੂ ਨੂੰ ਆਖਣਾ ਸੀ ਕਿ ਇੱਥੇ ਆਣ ਕੇ ਆਪ ਬੈਠੋ, ਉੱਥੇ ਅਸੀਂ ਵਕਾਰ ਕੀਤੇ ਨੇ ਇਕੱਠੇ। ਉੱਥੇ ਸਾਡੀ ਸੋਚ ਮਾੜੀ ਨਿਕਲਦੀ ਹੈ। ਕਿਉਂ? ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਛਾਨਾ ਹੋਏ। ਉਹ ਮਨ ਦੇ ਵਕਾਰ, ਮਨ ਦੀ ਕਾਲਕ ਸਾਨੂੰ ਗੁਰੂ ਪਿਆਰਿਓ ਮੰਦੀਆਂ ਵਿਚਾਰਾਂ ਹੀ ਸੁਣਨ ਵਾਸਤੇ ਫਿਕਰਮੰਦ ਕੀਤਾ ਹੋਇਆ ਹੈ ਕਿ ਅਸੀਂ ਮੰਦੇ ਲੋਕਾਂ ਕੋਲ ਬੈਠੀਏ, ਮੰਦੀਆਂ ਗੱਲਾਂ ਕਰੀਏ, ਤੇ ਇੱਕ ਜ਼ਿੰਦਗੀ ਨੂੰ ਡਰਾਮਾ ਜਿਹਾ ਬਣਾ ਕੇ ਜ਼ਿੰਦਗੀ ਨਾਲ ਖੁਦ ਆਪ ਹੀ ਖਿਲਵਾੜ ਕਰੀ ਜਾਂਦੇ ਹਾਂ। ਇਹੋ ਜਿਹੇ ਮੈਲੇ ਮਨ ਤੋਂ ਵਿਚਾਰ ਉੱਠਦੇ ਆ। ਮਨ ਮੈਲੇ ਸਭ ਕੁਛ ਮੈਲਾ। ਭਗਤ ਜੀ ਸਾਨੂੰ ਸਮਝਾਉਂਦੇ ਨੇ ਕਿ ਅੰਮ੍ਰਿਤ ਨਾਮ ਜਿਹੜਾ ਹੈ ਉਹ ਆਪਣੇ ਹਿਰਦੇ ਤੋਂ ਉਚਾਰੋ। ਅੰਮ੍ਰਿਤ ਬਾਣੀ ਘਟ ਤੇ ਉਚਰੋ, ਆਤਮ ਕੋ ਸਮਝਾਓ। ਆਪਣੀ ਆਤਮਾ ਨੂੰ ਸਮਝਾਵੋ ਗੁਰੂ ਦੇ ਬਚਨ। ਵਿਗੜੀ ਹੋਈ ਆਤਮਾ, ਇਸ ਜੀਵ ਨੇ ਆਪਣੇ ਜੀਵਨ ਨੂੰ, ਆਪਣੀ ਆਤਮਾ ਨੂੰ ਵਿਗਾੜ ਲਿਆ, ਜਿਹੜੀ ਕਿ ਪਰਮੇਸ਼ਰ ਦੀ ਜੋਤ ਹੈ ਉਹਨੂੰ ਮੈਲੀ ਕਰ ਦਿੱਤਾ ਹੈ ਵਕਾਰ ਭੋਗ ਭੋਗ ਕੇ। ਇਹਨੂੰ ਸੁਣਿਆ ਕਰ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਇਹਨੂੰ ਗਾਇਆ ਕਰ, ਇਹਨੂੰ ਸੁਣਿਆ ਕਰ। ਦੂਜਿਆਂ ਨੂੰ ਉਪਦੇਸ਼ ਕਰਨ ਵਾਲਿਆ, ਆਪਣੇ ਮਨ ਦੇ ਅੰਦਰ ਧਿਆਨ ਮਾਰ, ਵਿਚਾਰ ਨੂੰ ਸੰਪੰਨ ਕਰਨ ਵਾਲੇ ਪਾਸੇ ਆਈਏ। ਗੁਰੂ ਕਿਰਪਾ ਕਰੇ, ਸਾਡੇ ਤੇ ਰਹਿਮਤ ਹੋਵੇ। ਆਹ ਜਿਹੜੇ ਬਚਨ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਆ ਨਾ, ਦੁਬਾਰਾ ਫੇਰ ਦੁਹਰਾ ਲਈਏ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ। ਬਸ ਇਹਨੂੰ ਸਮਝਣਾ ਹੈ ਕਿ ਕੁੱਤਾ ਕੌਣ ਹੈ ਤੇ ਚੂੜਾ ਕੌਣ ਹੈ। ਇਹ ਦੋਨੇ ਲਫ਼ਜ਼ ਇੱਕ ਪੰਕਤੀ ਦੇ ਵਿੱਚ ਹੀ ਸਤਿਗੁਰਾਂ ਨੇ ਆਖ ਦਿੱਤੇ ਨੇ। ਜੇ ਇਹ ਲੱਛਣ ਮਾੜੇ ਸਾਡੇ ਜੀਵਨ ਦੇ ਵਿੱਚ ਹਨ ਤੇ ਫਿਰ ਅਸੀਂ ਹੀ ਕੁੱਤੇ ਚੂੜੇ ਹਾਂ, ਨਾ ਕਿ ਕੋਈ ਹੋਰ ਹੈ, ਨਾ ਕੋਈ ਬਰਾਦਰੀ ਹੈ, ਨਾ ਕੋਈ ਕਬੀਲਾ ਹੈ। ਉਹ ਐਸੇ ਲੱਛਣਾਂ ਨੂੰ ਧਾਰਨ ਵਾਲਾ ਹੀ ਮਨੁੱਖ ਕੁੱਤਾ ਵੀ ਹੈ ਤੇ ਚੂੜਾ ਵੀ ਹੈ। ਧਿਆਨ ਦਿਓ। ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਕਾਸ਼ੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਦਾਸੀ। ਪ੍ਰਭੂ ਤੇ ਸੰਸਾਰ ਦੇ ਵਿੱਚ ਜੇ ਤੂੰ ਕੁਛ ਵੇਖਣਾ ਚਾਹੁੰਦਾ ਹੈ ਕਿ ਪ੍ਰਭੂ ਦਾ ਕੀ ਵਿਚਾਰ ਹੈ ਤੇ ਸੰਸਾਰ ਦੇ ਲੋਕਾਂ ਦਾ ਕੀ ਵਿਹਾਰ ਹੈ, ਸੰਸਾਰ ਕਿੱਥੇ ਖੜਾ ਹੈ ਤੇ ਪਰਮੇਸ਼ਰ ਕਿੱਥੇ ਹੈ, ਉਹਨੂੰ ਜਾਣਨਾ ਹੈ ਤੇ ਆਪਣੀ ਸੁਰਤੀ ਨੂੰ ਮੋੜਨਾ ਪਵੇਗਾ। ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਕਾਸ਼ੀ। ਸੋਚ ਨੂੰ ਬਦਲ, ਧਿਆਨ ਦੇ,
ਤੇਰੀ ਸਮਝ ਵਿੱਚ ਪੈ ਜਾਵੇ ਕਿ ਸੰਸਾਰ ਵਿੱਚ ਪਾਪ ਕੌਣ ਹੈ ਤੇ ਪਾਪੀ ਕੌਣ ਹੈ। ਇਹ ਕਿੱਥੋਂ ਤੇਰੇ ਮਨ ਦੇ ਅੰਦਰ ਵਿਚਾਰ ਉਪਜੀ। ਤੂੰ ਦੂਸਰਿਆਂ ਨੂੰ ਮਾੜਾ ਆਖਣ ਵਾਲਿਆ, ਆਪਣੀ ਸੁਰਤੀ ਨੂੰ ਮਾੜਾ ਜਿਹਾ ਕੋਸ। ਤੇਰੀ ਸੁਰਤ ਮੈਲੀ ਹੈ। ਇਹ ਮੈਲੇ ਮਨ ਦੇ ਪਿੱਛੇ ਲੱਗ ਕੇ ਇਹ ਸਾਰਾ ਦਿਨ ਮੈਲ ਹੀ ਇਕੱਠੀ ਕਰ ਕਰਕੇ ਲਈ ਆਉਂਦੀ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹਸ਼ਾਨਾ ਹੋਏ। ਤੂੰ ਧਰਮੀ ਖਵਾਉਣਾ ਹੈ, ਜਥੇਦਾਰ ਖਵਾਉਣਾ ਹੈ, ਗੁਰੂ ਦਾ ਸਿੱਖ ਖਵਾਉਣਾ ਹੈ, ਤੇ ਮਨ ਤੇਰਾ ਮੈਲਾ ਹੈ, ਜੀਵਨ ਮੈਲਾ ਹੈ, ਜ਼ੁਬਾਨ ਮੈਲੀ ਹੈ, ਵੇਖਣੀ ਤੱਕਣੀ ਮੈਲੀ ਹੈ, ਸੁਣਨਾ ਮੈਲਾ ਹੈ। ਜਦੋਂ ਮੈਲਾ ਕੋਈ ਸੁਣਾਈ ਦਿੰਦਾ ਹੈ, ਨਿੰਦਿਆ ਕੰਨਾਂ 'ਚ ਪੈਂਦੀ, ਤੇ ਤੂੰ ਕੰਨਾਂ ਦੇ ਰਾਹੀਂ ਆਵਾਜ਼ ਸੁਣ ਕੇ ਹਿਰਦੇ ਤੋਂ ਖੁਸ਼ ਹੁੰਦਾ ਕਿ ਉਹ ਤੇਰਾ ਸੁਭਾਅ ਬਣ ਗਿਆ, ਤੂੰ ਮੈਲ ਖਾਣ ਦਾ ਆਦੀ ਹੋ ਗਿਆ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜ੍ਹੀ ਅਸ ਹੋਰ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸਨ ਨਕੋਰ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਚੋਰ ਬੰਦਿਆ, ਚੋਰ ਜੀਵਾ, ਤੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ, ਪਰਵਾਨਿਆ ਨਹੀਂ ਜਾਏਗਾ। ਇੱਕ ਪਾਪਾਂ ਦੀ ਪੰਡ ਹੌਲੀ ਕਰਨ ਗਿਆ ਹੈ, ਉਹ ਲੱਥੀ ਨੇ ਇੱਕ ਹੋਰ ਬੁਰੀ ਸੋਚ ਦੇ ਨਾਲ ਚੁੱਕ ਲਿਆ ਹੈ। ਇਹ ਤਾਂ ਤੇਰਾ ਇੱਕ ਤੂੰਬੜੀ ਦੇ ਵਾਂਗੂ ਹਾਲ ਹੋ ਗਿਆ ਹੈ ਕਿ ਬਾਹਰੋਂ ਲਿਸ਼ਕਦੀ ਪੁਸ਼ਕਦੀ ਹੈ, ਬੜੀ ਸਾਫ਼ ਹੈ, ਤੇ ਅੰਦਰ ਕੜਤਣ ਦੇ ਨਾਲ ਭਰੀ ਪਈ ਹੈ। ਰੱਬ ਦੇ ਪਿਆਰ ਵਾਲੇ ਨਹਾ ਕੇ ਵੀ ਸਾਧੂ ਨੇ, ਤੇ ਨਾ ਨਹਾਉਣ ਤੇ ਤਾਂ ਵੀ ਸਾਧੂ ਹੈ। ਇਹ ਮਨਾ ਚੋਰਾ, ਤੂੰ ਨਹਾ ਕੇ ਵੀ ਚੋਰ ਹੈ, ਭਾਵੇਂ ਤੀਰਥਾਂ ਤੇ ਜਾ ਕੇ ਨਹਾ ਲਾ, ਤੂੰ ਫੇਰ ਵੀ ਚੋਰ ਹੈ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਜਿਹੜੇ ਚੋਰ ਲੋਕ ਨੇ, ਕਿਸੇ ਨੂੰ ਮਾੜਾ ਬੋਲਦੇ ਨੇ, ਮਨ ਵਿੱਚ ਜੀਵਨ ਵਿੱਚ ਵਕਾਰ ਹੈ, ਉਹ ਭਾਵੇਂ ਜਿੰਨੇ ਮਰਜ਼ੀ ਤੀਰਥਾਂ ਤੇ ਟੁੱਬੀਆਂ ਲਾ ਲੈਣ, ਉਹ ਚੋਰ ਹੀ ਰਹਿਣਗੇ। ਜੇ ਭਾਈ ਬਿਧੀ ਚੰਦ ਵਾਂਗੂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਹੋ ਬਿਰਧ ਸੁਆਮੀ ਸੰਧਾ, ਆਪਣੇ ਸੁਭਾਅ ਦੇ ਮੁਤਾਬਕ ਗੁਰੂ ਉਹਨਾਂ ਨੂੰ ਬਖਸ਼ ਲੈਂਦਾ ਹੈ, ਜਿਹੜੇ ਉਹਦੀ ਸ਼ਰਨ ਵਿੱਚ ਆ ਲੈਂਦੇ ਨੇ। ਜਿਹੜੇ ਤੋਬਾ ਕਰ ਦੇਣ ਵੀ ਅੱਜ ਤੋਂ ਅੱਗੇ ਨਾ ਕਿਸੇ ਨੂੰ ਬੁਰਾ ਕਹਿਣਾ ਹੈ, ਨਾ ਕਿਸੇ ਦੇ ਵਾਸਤੇ ਬੁਰਾ ਸੋਚਣਾ ਹੈ, ਤੇ ਨਾ ਬੁਰਾ ਕਿਸੇ ਦਾ ਸੁਣਨਾ ਹੈ, ਤੇ ਨਾ ਬੁਰਿਆਂ ਦੀ ਸੰਗਤ ਵਿੱਚ ਜਾਣਾ ਹੈ, ਤੇ ਫਿਰ ਭਾਈ ਬਿਧੀ ਚੰਦ ਵਾਂਗੂ ਚੋਰ ਤੋਂ ਬਿਧੀ ਚੰਦ, ਬਾਬਾ ਬਿਧੀ ਚੰਦ ਬਹਾਦਰ ਦਾ ਖਿਤਾਬ ਉਹ ਸੰਸਾਰ ਦੇ ਜੀਵ ਵੀ ਪ੍ਰਾਪਤ ਕਰ ਸਕਦੇ ਨੇ, ਜੋ ਗੁਰੂ ਦੀ ਸ਼ਰਨ ਵਿੱਚ ਆ ਜਾਣ ਤੇ ਆਪਣੇ ਗੁਨਾਹਾਂ ਨੂੰ ਗੁਰੂ ਦੇ ਦਰ ਤੇ ਕਬੂਲ ਕੇ ਤੇ ਚਰਨ ਪਕੜ ਲੈਣ, ਗੁਰੂ ਨਾਲ ਜੁੜ ਜਾਣ, ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਹਿਰਦੇ ਵਿੱਚ ਵਸਾ ਲੈਣ। ਇੰਨੀਆਂ ਕੁ ਬੇਨਤੀਆਂ ਨੂੰ ਗੁਰੂ ਪਿਆਰੇ ਖਾਲਸਾ ਜੀ ਪ੍ਰਵਾਨ ਕਰਿਓ। ਤੇ ਬਸ ਇੱਥੇ ਵਿਚਾਰ ਨੂੰ ਸੰਪੰਨ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਕੁੱਤਾ ਕਿਸ ਨੂੰ ਕਿਹਾ ਹੈ ਤੇ ਚੂੜਾ ਕਿਸ ਨੂੰ ਕਿਹਾ ਹੈ, ਇਹ ਸੋਚ ਲੈਣਾ। ਬੇਅੰਤ ਭੁੱਲਾਂ ਦੀ ਮੁਆਫੀ, ਬੁਲਾਈਏ ਪਿਆਰ ਨਾਲ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।